नमस्कार साथियों। पंजाबी ਸਾਹਿਤ ਦੇ ਨਾਲ ਜੁੜਿਆ ਹੋਇਆ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਗੁਰਮਤਿ ਕਾਵਿ ਤੋਂ ਰਿਲੇਟਡ ਪ੍ਰਸ਼ਨਾਂ ਦਾ ਲੈ ਕੇ ਹਾਜ਼ਰ ਹੋਇਆ ਹਾਂ। ਇਸ ਤੋਂ ਪਹਿਲੇ ਵੀ ਆਪਾਂ ਪੰਜਾਬੀ ਸਾਹਿਤ ਨਾਲ ਜੁੜੇ ਹੋਏ ਹੋਰ ਬਹੁਤ ਸਾਰੇ ਟੌਪਿਕਾਂ ਨੂੰ ਦੇਖਿਆ ਹੈ। ਜਿਹੜੇ ਮੇਰੇ ਸਾਥੀਆਂ ਨੇ ਉਹ ਵੀਡੀਓ ਨਹੀਂ ਦੇਖੇ ਤਾਂ ਉਹ ਚੈਨਲ ਦੀ ਪਲੇਲਿਸਟ ਦੇ ਅੰਦਰ ਜਾ ਕੇ ਉਹ ਵੀਡੀਓ ਦੇਖ ਸਕਦੇ ਨੇ। ਇਸ ਤੋਂ ਪਹਿਲੇ ਆਪਾਂ ਗੁਰਮਤਿ ਕਾਵਿ ਦੇ ਵੀ ਕੁਝ ਪ੍ਰਸ਼ਨਾਂ ਵਾਈਜ਼ ਵੀਡੀਓ ਨੇ ਜਿਹੜੇ ਕਿ 113 ਦੇ ਕਰੀਬ ਵੀਡੀਓ ਨੇ, ਉਹ ਵੀ ਤੁਸੀਂ ਦੇਖ ਸਕਦੇ ਹੋ। ਪ੍ਰਸ਼ਨ ਉੱਤਰ ਲੜੀ ਦੇ ਨਾਮ ਤੋਂ ਹੈ। ਇਸ ਤੋਂ ਇਲਾਵਾ ਆਪਾਂ ਐਸੇ ਸੀਰੀਜ਼ ਦੇ ਅੰਦਰ ਜਿਹੜੇ ਪ੍ਰਸ਼ਨ ਦੇਖ ਚੁੱਕੇ ਹਾਂ, ਉਹਦੇ ਅੰਦਰ ਸੂਫੀ ਕਾਵਿ, ਇਸ ਦੇ ਨਾਲ ਆਪਾਂ ਕਿੱਸਾ ਕਾਵਿ, ਵਾਰ ਕਾਵਿ ਤੇ ਪੰਜਾਬੀ ਭਾਸ਼ਾ ਤੋਂ ਜੁੜੇ ਹੋਏ ਪ੍ਰਸ਼ਨਾਂ ਨੂੰ ਦੇਖ ਚੁੱਕੇ ਹਾਂ। ਤਾਂ ਆਓ ਸਾਥੀਓ, ਅੱਜ ਫੇਰ ਪੰਜਾਬੀ ਗੁਰਮਤਿ ਕਾਵਿ ਦੇ ਅਧਿਐਨ ਤੋਂ ਜੁੜੇ ਹੋਏ ਕੁਝ ਪ੍ਰਸ਼ਨਾਂ ਨੂੰ ਦੇਖੀਏ। ਸਭ ਤੋਂ ਪਹਿਲੇ ਪ੍ਰਸ਼ਨ ਆ ਜਾਂਦਾ ਹੈ ਆਪਣੇ ਕੋਲ। ਇਹ ਪ੍ਰਸ਼ਨ ਹੈ ਸਾਥੀਓ ਆਪਣੇ ਕੋਲ ਜੋ ਆ ਜਾਂਦਾ ਹੈ ਕਿ ਆਦਿ ਕਾਲ ਨੂੰ ਕਿਸ ਕਾਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਯਾਨੀ ਆਦਿ ਕਾਲ ਹੈ ਜਿਹੜਾ, ਉਸ ਨੂੰ ਹੋਰ ਕੀ ਨਾਮ ਦਿੱਤਾ ਗਿਆ ਹੈ? ਤਾਂ ਸਾਥੀਓ ਉਸ ਨੂੰ ਕਿਹਾ ਗਿਆ ਹੈ ਪੂਰਵ ਨਾਨਕ ਕਾਲ। ਯਾਨੀ ਆਦਿ ਕਾਲ ਨੂੰ ਆਪਾਂ ਕਿਹੜਾ ਨਾਮ ਦਿੱਤਾ ਹੈ? ਪੂਰਵ ਨਾਨਕ ਕਾਲ। ਫਿਰ ਆਪਣੇ ਕੋਲ ਦੂਸਰਾ ਪ੍ਰਸ਼ਨ ਆ ਜਾਂਦਾ ਹੈ, ਈਸਾਈ ਮਿਸ਼ਨ ਦੀ ਸਥਾਪਨਾ ਕਿਸ ਸੰਨ ਵਿੱਚ ਹੋਈ? ਯਾਨੀ ਉਹ ਕਿਹੜਾ ਸਾਲ ਸੀ ਜਦੋਂ ਈਸਾਈ ਮਿਸ਼ਨ ਨੇ ਆਪਣੇ ਪੈਰ ਪੰਜਾਬ ਦੇ ਅੰਦਰ ਇਸ ਭੂਮੀ ਦੇ ਉੱਪਰ ਜਮਾਏ? ਤਾਂ ਉਹ ਸੀ 1837। ਯਾਨੀ ਅਸੀਂ ਇਹ ਕਹਿ ਸਕਦੇ ਹਾਂ ਕਿ ਈਸਾਈ ਮਿਸ਼ਨ ਦੀ ਸਥਾਪਨਾ ਹੈ ਜਿਹੜੀ ਉਹ 1837 ਦੇ ਅੰਦਰ ਹੋਈ ਸੀ। ਇਹ ਇੱਕ ਖਾਸ ਤੌਰ ਤੇ ਮਿਸ਼ਨ ਸੀ ਜਿਸ ਨੇ ਆਪਣਾ ਕਾਰਜ ਉਲੀਕਿਆ ਸੀ 1837 ਦੇ ਅੰਦਰ। ਫਿਰ ਇਸ ਤੋਂ ਬਾਅਦ ਆਪਣੇ ਕੋਲ ਅਗਲਾ ਪ੍ਰਸ਼ਨ ਆ ਜਾਂਦਾ ਹੈ ਸਾਥੀਓ। ਤੀਸਰਾ ਪ੍ਰਸ਼ਨ ਹੈ, ਇਸ ਦੇ ਅੰਦਰ ਪੁੱਛਿਆ ਗਿਆ ਹੈ ਆਪਣੇ ਤੋਂ, ਆਦਿ ਕਾਲ ਵਿੱਚ ਸਭ ਤੋਂ ਪਹਿਲਾਂ ਸਾਹਿਤ ਲਿਖਣ ਵਿੱਚ ਯੋਗਦਾਨ ਪਾਉਣ ਵਾਲਾ ਕਵੀ ਕਿਹੜਾ ਹੈ? ਯਾਨੀ ਆਦਿ ਕਾਲ ਦਾ ਉਹ ਕਿਹੜਾ ਕਵੀ ਹੈ ਜਿਸ ਨੇ ਸਭ ਤੋਂ ਪਹਿਲਾਂ ਪੰਜਾਬੀ ਸਾਹਿਤ ਲਿਖਣ 'ਚ ਯੋਗਦਾਨ ਪਾਇਆ? ਤਾਂ ਸਾਹਿਤ ਲਿਖਣ 'ਚ ਯੋਗਦਾਨ ਪਾਉਣ ਵਾਲੇ ਕਵੀ ਦੀ ਗੱਲ ਕਰੀਏ ਤਾਂ ਉਹ ਆ ਜਾਂਦਾ ਸਾਥੀਓ ਨਾਥ ਕਾਵਿ ਤੋਂ ਜੁੜਿਆ ਹੋਇਆ ਕਵੀ ਹੈ ਗੋਰਖਨਾਥ। ਇਹਨਾਂ ਦੀਆਂ ਜਿਹੜੀਆਂ ਪੁਰਾਤਨ ਲਿਖਤਾਂ ਨੇ ਉਹ ਹੀ ਪੰਜਾਬੀ ਦੀਆਂ ਆਰੰਭਿਕ ਲਿਖਤਾਂ ਮੰਨੀਆਂ ਜਾਂਦੀਆਂ ਨੇ। ਫਿਰ ਅਗਲਾ ਪ੍ਰਸ਼ਨ ਆ ਜਾਂਦਾ ਆਪਣੇ ਕੋਲ, ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਸਫ਼ੇ ਰਾਗਬੱਧ ਨਹੀਂ ਹਨ? ਹੁਣ ਇੱਥੇ ਇੰਪੋਰਟੈਂਟ ਗੱਲ ਇਹ ਪੁੱਛੀ ਗਈ ਹੈ ਕਿ ਰਾਗਬੱਧ ਨਹੀਂ ਹੈ, ਨਹੀਂ ਪੁੱਛਿਆ ਗਿਆ ਹੈ। ਤਾਂ ਇਸ ਦਾ ਰਾਈਟ ਆਪਸ਼ਨ ਆ ਜਾਏਗਾ ਸਾਥੀਓ ਕਿ 13। ਯਾਨੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ 13 ਜਿਹੜੇ ਸਫ਼ੇ ਨੇ ਉਹ ਰਾਗਬੱਧ ਨਹੀਂ ਹੈ। ਫਿਰ ਇਸ ਤੋਂ ਬਾਅਦ ਆਪਣੇ ਕੋਲ ਅਗਲਾ ਪ੍ਰਸ਼ਨ ਆ ਜਾਂਦਾ ਹੈ, ਇਸ ਦੇ ਅੰਦਰ ਪੁੱਛਿਆ ਗਿਆ ਹੈ ਸਾਥੀਓ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਕਿੰਨੇ ਰਾਗ ਹਨ? ਤਾਂ ਇਹਨਾਂ ਦੀ ਗਿਣਤੀ ਸਾਥੀਓ ਰਾਗ ਤੇ ਰਾਗਨੀਆਂ ਦੀ ਗਿਣਤੀ ਆ ਜਾਂਦੀ ਹੈ ਜਿਹੜੀ ਉਹ 31 ਆ ਜਾਂਦੀ ਹੈ। ਫਿਰ ਅਗਲਾ ਪ੍ਰਸ਼ਨ ਆਪਣੇ ਕੋਲ, ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਮਹਾਂਪੁਰਖਾਂ ਦੀ ਬਾਣੀ ਦਰਜ ਹੈ? ਇਹ ਤਾਂ ਆਪ ਸਭ ਨੂੰ ਪਤਾ ਹੀ ਹੋਏਗਾ ਸਾਥੀਓ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਿੰਨੇ ਮਹਾਂਪੁਰਖਾਂ ਦੀ ਬਾਣੀ ਦਰਜ ਹੈ। ਤਾਂ ਉਹ ਹੈ ਸਾਥੀਓ 36 ਮਹਾਂਪੁਰਖਾਂ ਦੀ ਬਾਣੀ ਦਰਜ ਹੈ। ਯਾਨੀ ਸਾਰੇ ਜਿਹੜੇ ਜਿਸ ਦੇ ਅੰਦਰ ਗੁਰੂ ਵੀ ਆ ਗਏ ਨੇ, ਜਿਸ ਦੇ ਅੰਦਰ ਗੁਰੂ ਘਰ ਦੇ ਸ਼ਰਧਾਲੂ ਜਿਹੜੇ ਨੇੜੇ ਦੇ ਨੇ ਉਹ ਵੀ ਆ ਗਏ ਨੇ, ਭਗਤ ਵੀ ਆ ਗਏ ਨੇ ਤੇ ਭੱਟ ਵੀ ਆ ਗਏ ਨੇ। ਸਭ ਦੀਆਂ ਜਿਹੜੀਆਂ ਬਾਣੀਆਂ ਜੋੜ ਕੇ ਉਹ 36 ਹੋ ਜਾਂਦੀਆਂ ਨੇ। ਫਿਰ ਅਗਲਾ ਪ੍ਰਸ਼ਨ ਆਪਣੇ ਕੋਲ ਆ ਜਾਂਦਾ ਹੈ, ਆਦਿ ਗ੍ਰੰਥ ਦੀ ਸਥਾਪਨਾ ਕਿਸ ਗੁਰੂ ਸਾਹਿਬਾਨ ਨੇ ਕੀਤੀ? ਤਾਂ ਸਾਥੀਓ ਆਦਿ ਗ੍ਰੰਥ ਦੀ ਸਥਾਪਨਾ ਹੈ ਜਿਹੜੀ ਉਹ ਗੁਰੂ ਅੰਗਦ ਦੇਵ ਜੀ ਨੇ ਕੀਤੀ ਸੀ। ਯਾਨੀ ਗੁਰੂ ਅੰਗਦ ਦੇਵ ਜੀ ਨੇ ਆਦਿ ਗ੍ਰੰਥ ਦੀ ਸਥਾਪਨਾ ਕੀਤੀ ਸੀ। ਫਿਰ ਇਸ ਤੋਂ ਬਾਅਦ ਆਪਣੇ ਕੋਲ ਅਗਲਾ ਜੋ ਪ੍ਰਸ਼ਨ ਆ ਗਿਆ 8 ਨੰਬਰ ਪ੍ਰਸ਼ਨ ਹੈ। ਇਹਦੇ ਅੰਦਰ ਪੁੱਛਿਆ ਗਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਕਿੰਨੀਆਂ ਵਾਰਾਂ ਨੂੰ ਲੋਕ ਗੀਤਾਂ ਦੀਆਂ ਧੁਨੀਆਂ ਉੱਪਰ ਗਾਉਣ ਦਾ ਉਪਦੇਸ਼ ਹੈ ਜਾਂ ਫਿਰ ਹੁਕਮ ਹੈ? ਯਾਨੀ ਗੁਰੂ ਗ੍ਰੰਥ ਸਾਹਿਬ ਦੇ ਅੰਦਰਲੀਆਂ ਕਿੰਨੀਆਂ ਵਾਰਾਂ ਨੇ ਜਿਨ੍ਹਾਂ ਨੂੰ ਲੋਕ ਗੀਤਾਂ ਦੀਆਂ ਧੁਨੀਆਂ ਤੇ ਗਾਉਣ ਦਾ ਆਦੇਸ਼ ਹੈ? ਤਾਂ ਉਹ ਉਹਨਾਂ ਦੀ ਗਿਣਤੀ ਆ ਜਾਂਦੀ ਹੈ ਸਾਥੀਓ 9। ਯਾਨੀ 9 ਵਾਰਾਂ ਐਸੀਆਂ ਨੇ ਜਿਨ੍ਹਾਂ ਨੂੰ ਲੋਕ ਗੀਤਾਂ ਦੀਆਂ ਧੁਨੀਆਂ ਦੇ ਉੱਪਰ ਗਾਉਣ ਦਾ ਹੁਕਮ ਦਿੱਤਾ ਗਿਆ ਹੈ। ਫਿਰ ਅਗਲਾ ਪ੍ਰਸ਼ਨ ਹੈ ਆਪਣੇ ਕੋਲ, ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਗੁਰੂ ਸਿੱਖਾਂ ਦੀ ਬਾਣੀ ਦਰਜ ਹੈ? ਤਾਂ ਸਾਥੀਓ ਜੇਕਰ ਆਪਾਂ ਗੁਰੂ ਸਿੱਖਾਂ ਦੇ ਨਹੀਂ ਗੁਰਸਿੱਖਾਂ ਦੀ ਗੱਲ ਆਈ ਹੈ, ਯਾਨੀ ਇਸ ਦੇ ਅੰਦਰ ਇਹ ਕਿਹਾ ਗਿਆ ਕਿ ਜਿਹੜੇ ਗੁਰੂਆਂ ਦੇ ਜੋ ਨਜ਼ਦੀਕ ਸਿੱਖ ਸਨ ਉਹ ਕਿੰਨੇ ਨੇ ਜਿਨ੍ਹਾਂ ਦੀ ਬਾਣੀ ਦਰਜ ਹੈ? ਤਾਂ ਸਾਥੀਓ ਉਹ 4 ਸਨ।
गुरु घर के जो श्रद्धालु सन, भगत सन, ਜਿਹੜੇ ਗੁਰੂਆਂ ਦੀ ਹਜ਼ੂਰੀ ਦੇ ਅੰਦਰ ਸੇਵਾ ਕਰਿਆ ਕਰਦੇ ਸਨ, ਉਹਨਾਂ ਦੀ ਬਾਣੀ ਨੂੰ ਵੀ ਗੁਰੂ ਸਾਹਿਬ ਨੇ ਸਥਾਨ ਦਿੱਤਾ ਸੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਤਾਂ ਉਹਨਾਂ ਦੀ ਗਿਣਤੀ 4 ਆ ਜਾਂਦੀ ਹੈ, ਯਾਨੀ 4 ਦੀ ਜਿਹੜੀ ਬਾਣੀ ਹੈ ਉਹ ਗੁਰੂ ਘਰ ਦੇ ਜਿਹੜੇ ਸ਼ਰਧਾਲੂਆਂ ਦੇ ਤੌਰ 'ਤੇ ਅਸੀਂ ਕਹਿ ਸਕਦੇ ਹਾਂ, ਗੁਰਸਿੱਖਾਂ ਦੇ ਤੌਰ 'ਤੇ ਅਸੀਂ ਕਹਿ ਸਕਦੇ ਹਾਂ ਕਿ ਬਾਣੀ ਦਰਜ ਕੀਤੀ ਗਈ ਹੈ। ਫਿਰ ਇਸ ਤੋਂ ਬਾਅਦ ਆਪਣੇ ਕੋਲ ਜੋ ਅਗਲਾ ਪ੍ਰਸ਼ਨ ਆ ਜਾਂਦਾ ਹੈ, ਤਾਂ ਉਸ ਦੇ ਅੰਦਰ ਪੁੱਛਿਆ ਗਿਆ ਹੈ ਆਪਣੇ ਤੋਂ ਕਿ ਜਪਜੀ ਸਾਹਿਬ ਵਿੱਚ ਕੁੱਲ ਕਿੰਨੀਆਂ ਪੌੜੀਆਂ ਨੇ। ਬਹੁਤ ਹੀ ਵਧੀਆ ਪ੍ਰਸ਼ਨ ਹੈ ਸਾਥੀਓ। ਜਪਜੀ ਸਾਹਿਬ ਨਿਤਨੇਮ ਅਸੀਂ ਰੋਜ਼ ਕਰਦੇ ਹਾਂ, ਤਾਂ ਇਸ ਦੇ ਅਗਰ ਪੌੜੀਆਂ ਦੀ ਗੱਲ ਕਰੀਏ ਤਾਂ ਇਸ ਦੇ ਅੰਦਰ 38 ਪੌੜੀਆਂ ਆ ਜਾਂਦੀਆਂ ਨੇ। ਇਸ ਜਪਜੀ ਸਾਹਿਬ ਤੋਂ ਜੁੜੇ ਹੋਏ ਪੰਜਾਬੀ ਸਾਹਿਤ ਦੇ ਅੰਦਰ ਬਹੁਤ ਸਾਰੇ ਪ੍ਰਸ਼ਨ ਪੁੱਛੇ ਜਾਂਦੇ ਨੇ। ਯਾਨੀ ਅਸੀਂ ਇਹ ਕਹੀਏ ਕਿ ਜੋ ਗੁਰਮਤਿ ਕਾਵਿ ਦੇ ਅੰਦਰ ਆਉਣ ਵਾਲੀਆਂ ਜਿਹੜੀਆਂ ਬਾਣੀਆਂ ਨੇ, ਜਿਹੜੀਆਂ ਨਿਤਨੇਮ ਦੀਆਂ ਬਾਣੀਆਂ ਨੇ, ਉਹਨਾਂ ਦੇ ਬਾਰੇ ਤਾਂ ਚੰਗੀ ਤਰੀਕੇ ਨਾਲ ਸਾਨੂੰ ਪਤਾ ਹੋਣਾ ਚਾਹੀਦਾ। ਉਸ ਦੇ ਅੰਦਰੋਂ ਬਹੁਤ ਸਾਰੇ ਇਸ ਟੌਪਿਕ ਦੇ ਅੰਦਰੋਂ, ਇਹ ਜਿਹੜਾ ਗੁਰਮਤਿ ਕਾਵਿ ਦਾ ਟੌਪਿਕ ਹੈ, ਉਸ ਦੇ ਅੰਦਰੋਂ ਸਿੱਧੇ ਪ੍ਰਸ਼ਨ ਬਹੁਤ ਜ਼ਿਆਦਾ ਪੁੱਛੇ ਜਾਂਦੇ ਨੇ। ਫਿਰ 11 ਨੰਬਰ ਪ੍ਰਸ਼ਨ ਆ ਜਾਂਦਾ ਆਪਣੇ ਕੋਲ, ਜਪਜੀ ਸਾਹਿਬ ਵਿਚਲਾ ਪਹਿਲਾ ਸ਼ਲੋਕ ਕਿਹੜੇ ਗੁਰੂ ਸਾਹਿਬਾਨ ਦੁਆਰਾ ਰਚਿਤ ਹੈ। ਯਾਨੀ ਜਪਜੀ ਸਾਹਿਬ ਦੇ ਅੰਦਰ ਆਉਣ ਵਾਲਾ ਜਿਹੜਾ ਪਹਿਲਾ ਸ਼ਲੋਕ ਹੈ ਉਹ ਕਿਹੜੇ ਗੁਰੂ ਸਾਹਿਬ ਦਾ ਲਿਖਿਆ ਹੋਇਆ ਹੈ, ਤਾਂ ਉਹ ਆ ਜਾਂਦਾ ਸਾਥੀਓ ਗੁਰੂ ਅਰਜਨ ਦੇਵ ਜੀ ਦਾ ਹੈ। ਯਾਨੀ ਜਿਹੜਾ ਉਹ ਸ਼ਲੋਕ ਹੈ ਉਹ ਗੁਰੂ ਅਰਜਨ ਦੇਵ ਜੀ ਦਾ ਹੈ। ਫਿਰ ਇਸ ਤੋਂ ਬਾਅਦ ਆਪਣੇ ਕੋਲ ਅਗਲਾ ਜੋ ਪ੍ਰਸ਼ਨ ਆ ਜਾਂਦਾ ਹੈ ਸਾਥੀਓ, ਉਹ ਹੈ 12 ਨੰਬਰ ਹੈ। ਹੁਣ ਆਪਾਂ 12 ਨੰਬਰ ਪ੍ਰਸ਼ਨ ਦੇਖਣਾ ਹੈ। ਤਾਂ ਆਪਣੇ ਕੋਲ 12 ਨੰਬਰ ਪ੍ਰਸ਼ਨ ਦੇ ਅੰਦਰ ਪੁੱਛਿਆ ਗਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਕਿੰਨੇ ਸਫ਼ੇ, ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਸਫ਼ੇ ਕਿੰਨੇ ਹਨ। ਤਾਂ ਸਾਥੀਓ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜੇਕਰ ਸਫ਼ਿਆਂ ਦੀ ਗੱਲ ਆ ਜਾਏ ਤਾਂ ਉਹਨਾਂ ਦੀ ਆਪਣੇ ਕੋਲੇ ਆ ਜਾਂਦੇ ਨੇ 1430। ਇਹ ਸਭ ਨੂੰ ਪਤਾ ਹੋਵੇਗਾ, ਸਰਲ ਪ੍ਰਸ਼ਨਾਂ ਦੇ ਅੰਦਰ ਹੀ ਸ਼ਾਮਲ ਹੁੰਦਾ ਹੈ। ਫਿਰ ਅੱਗੇ 13 ਨੰਬਰ ਪ੍ਰਸ਼ਨ ਹੈ, ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ 12ਵਾਂ ਮਾਸ ਕਿਹੜੇ ਮਹੀਨੇ ਤੋਂ ਸ਼ੁਰੂ ਹੁੰਦਾ ਹੈ। ਯਾਨੀ ਗੁਰੂ ਅਰਜਨ ਦੇਵ ਜੀ ਦੁਆਰਾ ਜਿਹੜਾ ਰਚਿਤ 12ਵਾਂ ਹੈ, ਜਿਹੜਾ ਮਾਸ ਦੇ ਅੰਦਰ ਹੈ, ਤਾਂ ਉਹ ਕਿਹੜੇ ਮਹੀਨੇ ਤੋਂ ਸ਼ੁਰੂ ਹੁੰਦਾ ਹੈ। ਤਾਂ ਸਾਥੀਓ ਉਹ ਚੇਤ ਮਹੀਨੇ ਤੋਂ ਆਰੰਭ ਹੁੰਦਾ ਹੈ। ਫਿਰ ਇਸ ਤੋਂ ਬਾਅਦ ਆਪਣੇ ਕੋਲੇ ਜੋ ਅਗਲਾ ਪ੍ਰਸ਼ਨ ਆ ਜਾਂਦਾ ਸਾਥੀਓ, ਉਹ 14 ਨੰਬਰ ਪ੍ਰਸ਼ਨ ਹੈ। ਇਹਦੇ ਅੰਦਰ ਪੁੱਛਿਆ ਗਿਆ ਹੈ ਕਿ ਗੁਰੂ ਨਾਨਕ ਕਾਲ ਦੇ 2 ਕਿੱਸੇਕਾਰਾਂ ਦੇ ਨਾਮ ਦਿਓ। ਯਾਨੀ ਗੁਰੂ ਨਾਨਕ ਕਾਲ ਦੇ ਕਿਹੜੇ 2 ਕਿੱਸੇਕਾਰ ਹੋਏ ਨੇ। ਤਾਂ ਉਹਨਾਂ ਦੇ ਅੰਦਰ ਸਾਥੀਓ ਇੱਕ ਆ ਜਾਂਦਾ ਹੈ ਦਮੋਦਰ, ਜਿਹੜਾ ਕਿ ਪੰਜਾਬੀ ਕਿੱਸਾ ਕਾਵਿ ਦਾ ਪਹਿਲਾ ਕਵੀ ਮੰਨਿਆ ਜਾਂਦਾ ਹੈ, ਤੇ ਦੂਸਰਾ ਆ ਜਾਂਦਾ ਹੈ ਪਿੱਲੂ, ਜਿਸ ਦਾ ਮਿਰਜ਼ਾ ਸਾਹਿਬਾ ਕਿੱਸਾ ਲਿਖਿਆ ਹੋਇਆ ਹੈ। ਫਿਰ ਆਪਣੇ ਕੋਲ 15 ਨੰਬਰ ਪ੍ਰਸ਼ਨ ਆ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਹੈ। ਤਾਂ ਸਾਥੀਓ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕੁੱਲ 6 ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਹੈ। ਇੱਥੇ ਮੈਂ ਦੱਸਣਾ ਚਾਹਾਂਗਾ ਕਿ ਗੁਰਮਤਿ ਕਾਵਿ ਤੋਂ ਜੁੜਿਆ ਹੋਇਆ ਇੱਕ ਇੰਪੋਰਟੈਂਟ ਟੌਪਿਕ ਚੈਨਲ ਦੇ ਉੱਪਰ ਕੰਪਲੀਟ ਆਪ ਨੂੰ ਅਵੇਲੇਬਲ ਕਰਵਾਇਆ ਗਿਆ ਹੈ, ਜਿਸ ਦੇ ਅੰਦਰ ਗੁਰੂ ਨਾਨਕ ਦੇਵ ਜੀ, ਗੁਰੂ ਗ੍ਰੰਥ ਸਾਹਿਬ ਯਾਨੀ ਅਸੀਂ ਆਦਿ ਗ੍ਰੰਥ ਜਿਸ ਨੂੰ ਆਖਦੇ ਹਾਂ, ਉਸ ਦੇ ਬਾਰੇ ਸੰਪੂਰਨ ਜਾਣਕਾਰੀ ਦੇਣ ਦੀ ਮੈਂ ਕੋਸ਼ਿਸ਼ ਕੀਤੀ ਹੈ, ਜਿਹੜੀ ਵਿਦਿਆਰਥੀ ਹੈ ਦੇ ਲਈ ਇੱਕ ਕੁਐਸਚਨਾਂ ਨੂੰ ਹੱਲ ਕਰਨ ਦੇ ਲਈ ਇੰਪੋਰਟੈਂਟ ਹੋ ਜਾਂਦੀ ਹੈ। ਇਸ ਤੋਂ ਇਲਾਵਾ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਆ ਜਾਂਦੇ ਨੇ। ਤਾਂ ਗੁਰੂ ਸਾਹਿਬਾਨਾਂ ਦੀਆਂ ਜਿਹੜੀਆਂ ਕਿਰਤਾਂ ਨੇ, ਉਹਨਾਂ ਦੇ ਜਿਹੜੇ ਕਾਰਜ ਨੇ, ਉਹਨਾਂ ਦਾ ਜਿਹੜਾ ਜੀਵਨ ਕਾਲ ਹੈ, ਉਸ ਦੇ ਬਾਰੇ ਜਾਣਕਾਰੀ ਇੱਕ ਸਟੱਡੀ ਦੇ ਤੌਰ 'ਤੇ ਦੇਣ ਦੀ ਕੋਸ਼ਿਸ਼ ਕੀਤੀ ਹੈ। ਜਿਹੜੇ ਮੇਰੇ ਸਾਥੀ ਪੰਜਾਬੀ ਸਾਹਿਤ ਨਾਲ ਜੁੜੇ ਹੋਏ ਵਿਸ਼ਿਆਂ ਦੀ ਤਿਆਰੀ ਕਰਦੇ ਨੇ ਤਾਂ ਉਹ ਵੀਡੀਓ ਜਾ ਕੇ ਦੇਖ ਲੈਣ, ਉੱਥੇ ਆਪ ਨੂੰ ਇਹ ਸੰਪੂਰਨ ਜਾਣਕਾਰੀ ਮਿਲ ਜਾਏਗੀ। ਇੱਥੇ ਆਪਾਂ ਇਹਨਾਂ ਦੇ ਸਿਰਫ ਪ੍ਰਸ਼ਨ ਦੇਖ ਰਹੇ ਹਾਂ। ਤਾਂ ਫਿਰ ਇਸ ਤੋਂ ਬਾਅਦ ਆਪਣੇ ਕੋਲ ਯਾਨੀ 6 ਗੁਰੂ ਸਾਹਿਬਾਨ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਹੈ। ਫਿਰ ਇਸ ਤੋਂ ਇਲਾਵਾ ਆਪਣੇ ਕੋਲ ਅਗਲਾ ਪ੍ਰਸ਼ਨ ਆ ਜਾਂਦਾ ਹੈ ਸਾਥੀਓ, 16 ਨੰਬਰ ਪ੍ਰਸ਼ਨ ਆ ਗਿਆ ਕਿ ਗੁਰੂ ਗ੍ਰੰਥ ਸਾਹਿਬ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ। ਬਹੁਤ ਵਧੀਆ ਪ੍ਰਸ਼ਨ ਹੈ ਸਾਥੀਓ ਕਿ ਗੁਰੂ ਗ੍ਰੰਥ ਸਾਹਿਬ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ। ਤਾਂ ਉਹ ਆ ਜਾਂਦਾ ਹੈ ਸਾਥੀਓ ਆਦਿ ਗ੍ਰੰਥ, ਯਾਨੀ ਗੁਰੂ ਗ੍ਰੰਥ ਸਾਹਿਬ ਨੂੰ ਆਦਿ ਗ੍ਰੰਥ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਫਿਰ ਅਗਲਾ ਪ੍ਰਸ਼ਨ ਆ ਗਿਆ ਕੀਰਤਨ ਸੋਹਿਲਾ ਦਾ ਕਰਤਾ।
ਤਾਂ ਸਾਥੀਓ ਕੀਰਤਨ ਸੋਹਿਲੇ ਦਾ ਜਿਹੜਾ ਕਰਤਾ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਆ ਜਾਂਦੇ ਨੇ। यानी ਜਿਹੜਾ ਕੀਰਤਨ ਸੋਹਿਲਾ है ਉਸ ਦੇ ਕਰਤਾ कौन ने? गुरु गोबिंद सिंह ने। फिर अगला प्रश्न अपने कोले 18 नंबर प्रश्न आ जाता है कि सिमरियो सिमर सिमर सुख पायो दा करता, यानी जिहड़ी यह बाणी की सतर आ जाती है तो इसका करता कौन ने? तो ये करता ने साथियों गुरु अर्जन देव जी। ਇਹ ਜਿਹੜੀਆਂ ਆਪਾਂ ਨੂੰ ਇਸ ਤਰੀਕੇ ਦੇ ਪ੍ਰਸ਼ਨਾਂ ਦੀ ਵੀ ਪ੍ਰੈਕਟਿਸ ਹੋਣੀ ਚਾਹੀਦੀ ਹੈ, ਕਿਉਂਕਿ ਪ੍ਰੀਖਿਆਵਾਂ ਦੇ ਅੰਦਰ ਇਸ ਤਰੀਕੇ ਦੇ ਪ੍ਰਸ਼ਨ ਵੀ ਅਕਸਰ ਪੁੱਛ ਲਏ ਜਾਂਦੇ ਨੇ। ਫਿਰ ਇਸ ਤੋਂ ਬਾਅਦ ਆਪਣੇ ਕੋਲ ਜਿਹੜਾ ਅਗਲਾ ਪ੍ਰਸ਼ਨ ਆ ਜਾਂਦਾ ਸਾਥੀਓ ਉਹ 19 ਨੰਬਰ ਪ੍ਰਸ਼ਨ ਆ ਜਾਂਦਾ ਹੈ। ਹੁਣ ਆਪਾਂ 19 ਨੰਬਰ ਪ੍ਰਸ਼ਨ ਦੇਖਣਾ ਹੈ। ਤਾਂ ਇਹਦੇ ਅੰਦਰ ਪੁੱਛਿਆ ਗਿਆ ਕਿ ਪ੍ਰੀਤਮ ਚਰਨੀ ਜੋ ਲੱਗੈ ਤਿਨ ਕੀ ਨਿਰਮਲ ਸੋਏ ਦਾ ਲੇਖਕ ਕੌਣ ਹੈ? ਤਾਂ ਸਾਥੀਓ ਇਸ ਦੇ ਵੀ ਲੇਖਕ ਕੌਣ ਨੇ? गुरु अर्जन देव जी ने। यानी ये जिहड़ी बाणी की सतर ये भी गुरु अर्जन देव जी की है। फिर अगे 20 नंबर प्रश्न आ गया अपने को, लव कुश की वार रचित है। तो साथियों लव कुश की जिहड़ी वार है वो यशोदा नंदन द्वारा लिखी गई है। लव कुश की वार किस द्वारा लिखी गई है? यशोदा नंदन द्वारा। फिर इस तो बाद अपने को जो अगला प्रश्न आ जाता है साथियों वो 21 नंबर है। तो इस दे अंदर पूछा गया है आपां नूं कि गुरु नानक देव जी का जन्म स्थान। बहुत ही सरल प्रश्न है। तो गुरु नानक देव जी का जिहड़ा जन्म स्थान आप सबनूं पता भी होएगा वो है तलवंडी। तलवंडी ये साथियों अजकल जिहड़ा पाकिस्तान है उस दे अंदर रह गई, जिथे असीं हुणे ही बहुत वड्डा असीं ये कह सकते हैं कि इतिहासिक स्थान है जिहड़ा साडे लई दोनों देशों के भारत ते पाकिस्तान के राही जिसनों असीं करतारपुर कोरीडोर के नाम तो जानते हैं, वो संगतां दे दर्शन लई खुलिया है। वो ऐसे स्थान नूं जोड़दा है, तलवंडी नूं जोड़दा है। फिर अगे अपने को जिहड़ा प्रश्न आ जाता है 22 नंबर है, भाई गुरदास द्वारा रचित वारां। तो भाई गुरदास जी दी जिहड़ियां वारां आ जांदियां ने साथियों वो 39 आ जांदियां ने। कई जगह आपां नूं ये 40 भी मिलदियां ने। भाई गुरदास जी दी वारां दे आंकड़े कई थावां आपां नूं 40 भी मिलते हैं, कई थाई आपां नूं 39 भी मिलते हैं। क्योंकि एक इसका स्पष्टीकरण मैं गुरमत कावी वाले जिहड़ा व्याख्यात्मक विश्लेषण उस दे अंदर दिता है, उत्थे जाके तुसीं देख सकते हो। तो इत्थे मैं फिर दस दिना कि एक वार है जिहड़ी उसका अक्सर यह भुलेखा पैंदा है कि बहुत सारे विद्वानों ने उस वार नूं भाई गुरदास जी की मन्निया है तो बहुत सारिया ने नहीं मन्निया। ऐसे चक्कर के अंदर ही 39 ते 40 का वेरवा चलता है, पर इत्थे राइट ऑप्शन 39 दिता गया है। फिर अगला जिहड़ा प्रश्न आ गया साथी वो अपने को 23 नंबर प्रश्न आ जाता है। ये अंदर पूछा गया कि श्री गुरु ग्रंथ साहिब की साहित्यिक विशेषता नामी पुस्तक है। ये बहुत ही वधिया प्रश्न है कि गुरु ग्रंथ साहिब की साहित्यिक विशेषता नामी पुस्तक केड़ी है? तो वह पुस्तक का जिहड़ा करता आ जाता है साथी वह गोपाल सिंह आ जाता है। फिर अगला प्रश्न अपने को श्री हरमंदर साहिब किस शहर विच है? तो बहुत ही वधिया प्रश्न है, सरल जा प्रश्न है। ये आप सबनों पता ही होएगा, जिहड़े पंजाबी साहित्य नाल जुड़े हुए ने वो अमृतसर के अंदर है। फिर अगला प्रश्न अपने को आ जाता है साथियों 25 नंबर प्रश्न है। ये अंदर पूछा गया कि श्री हरमंदर साहिब की नींह कदों रखी गई? बहुत वधिया प्रश्न है भी। तो इसकी नींह 1588 के अंदर रखी गई सी। यानी हरमंदर साहिब की नींह है जिहड़ी कदों रखी गई? 1588 के अंदर रखी गई। फिर इस तो बाद अपने को जो अगला प्रश्न आ जाता है तो उस के अंदर आपां नूं पूछा गया है कि 26 नंबर प्रश्न है कि गुरु ग्रंथ साहिब का संपादन काल। तो संपादन काल पूछा गया साथियों। तो संपादन काल आ जाता है जिहड़ा वो आ जाता 1604। यानी असीं ये कह सकते हैं कि गुरु ग्रंथ साहिब का जिहड़ा संपादन है वो 1604 के अंदर होया सी। फिर 27 नंबर प्रश्न है सिखां दी भगतमाला भाई गुरदास जी की किहड़ी वार ते आधारित है? यानी जिहड़ी सिखां दी भगतमाला है वो भाई गुरदास की किहड़ी वार तो लई गई है? असीं ये कह सकते हैं उस ते आधारित कह सकते हैं। तो वो आ जाती है साथियों 11वीं वार। यानी भाई गुरदास जी की जिहड़ी 11वीं वार है उस दे उपर आधारित है सिखां दी भगतमाला। फिर अगला प्रश्न अपने को आ जाता है बचित्र नाटक।
यानी जिहड़ा बचित्र नाटक है एक ही है, तो ये आ जाता साथियों आत्म कथा के अंतर्गत आ जाता है। बचित्र नाटक है जिहड़ा उसनूं आपां एक आत्म कथा कहांगे। फिर 29 नंबर प्रश्न आ जाता है, गुरु ग्रंथ साहिब विच दर्ज श्लोक शेख फरीद दे विच सारे गुरु साहिबाना दे किन्ने श्लोक दर्ज हैं। यानी जिहड़ा गुरु ग्रंथ साहिब है उस दे अंदर बाबा शेख फरीद जी दे नाल नाल सारे गुरु साहिबाना दे जिहड़े किन्ने श्लोक ने जिहड़े उस दे अंदर दर्ज ने, तो उस दी गिनती आ जाती है साथियों 18 आ जाती है। यानी इसका मतलब ये होया कि जिहड़े शेख फरीद जी दे श्लोक ने वो साथियों 112 ने, पर जिहड़े गुरु ग्रंथ साहिब दे अंदर शेख फरीद जी दे नाम अधीन जिहड़े दर्ज श्लोक ने उन्हां दी गिनती 130 है। यानी असी ये कहिए कि 18 श्लोक ने जिहड़े गुरु साहिबाना दे शेख फरीद जी दे बारे ने, तो उही इत्थे प्रश्न पूछा गया कि किन्ने श्लोक ने जिहड़े वो शेख फरीद जी दे बारे गुरु साहिबाना दे ने, तो वह ने 18 साथियों 18 श्लोक आ जाते हैं। यानी 130 श्लोक ने जिहड़े वो शेख फरीद जी दे नाम अधीन दर्ज ने। फिर इस तो बाद अपने को अगला जो प्रश्न आ जाता साथियों वो आ जाता है 3 नंबर, गुरु ग्रंथ साहिब विच किस गुरु जी की बाणी सब तो वध रागां विच लिखी गई है। तो साथियों वो किहड़े गुरु साहिबान ने जिन्हां दी बाणी जिहड़ी सब तो ज़्यादा रागां दे अंदर है, तो वह आ जाती है गुरु अर्जन देव जी। बहुत ही वधिया प्रश्न है। गुरु अर्जन देव जी की बाणी है जिहड़ी वो सब तो वध रागां दे अंदर गुरु ग्रंथ साहिब दे अंदर दर्ज है। फिर अगला प्रश्न आ जाता है 31 नंबर है, सिखां दी भगतमाला का करता कौन है। बहुत ही वधिया प्रश्न है साथियों। तो सिखां दी भगतमाला का जिहड़ा करता आ जाता है वो भाई मनी सिंह आ जाता है। इदां दे प्रश्न सानू नोटिस होने चाहिए ने, इदां दे प्रश्न अक्सर ही एग्जाम के अंदर पूछ लए जाते हैं। फिर इस तो बाद अगला जिहड़ा प्रश्न आ जाता साथियों वो 32 नंबर प्रश्न आ जाता है। ये अंदर पूछा गया कि गुरु ग्रंथ साहिब का आरंभ किस राग नाल हुंदा है। तो गुरु ग्रंथ साहिब का जिहड़ा आरंभ है साथियों वो किहड़ी राग दे नाल हुंदा है, तो वो राग है साथियों सिरी राग दे नाल हुंदा है। किहड़ी राग है वो सिरी राग है। यानी सिरी राग दे नाल गुरु ग्रंथ साहिब का आरंभ हुंदा है। फिर अगला प्रश्न अपने को आ जाता है, जन्म साखी परंपरा किस गुरु जी के जीवन बिरतांत नाल संबंध रखती है। तो साथियों जन्म साखी परंपरा है जिहड़ी ਉਹ गुरु नानक देव जी के जीवन बिरतांत के नाल संबंध रखती है। जन्म साखी परंपरा है जो वो गुरु नानक देव जी के जीवन के नाल जुड़ी हुई है। यानी गुरु नानक देव जी के जीवन के बारे यह जन्म साखी है। फिर 34 नंबर प्रश्न आ जाता है, बाबा फरीद शक्करगंज की बाणी ते किस का प्रभाव वधेरे नज़र आता है या फिर किस का प्रभाव वधेरे लगता है, तो वह आता है गुरमत का। इसे कारण ही साथियों इस नूं जगह गुरु ग्रंथ साहिब के अंदर दी गई है। यानी गुरमत कावी का प्रभाव सी जिहड़ा वो बाबा शेख फरीद जी दी रचनावां उपर वधेरे सी। फिर अगला प्रश्न आ जाता है, किस गुरु जी ने केवल श्लोकां विच ही रचना की। तो साथियों वो सन गुरु अंगद देव जी। यानी गुरु ग्रंथ साहिब के अंदर सिर्फ आपां नूं अगर श्लोक मिलते हैं तो वह गुरु अंगद देव जी के मिलते हैं। यानी गुरु अंगद देव जी ने श्लोकां के अंदर बाणी रची। फिर इस तो बाद अपने को अगला जिहड़ा प्रश्न आ जाता है साथियों उस दे अंदर पूछा गया कि भाई गुरदास जी दीयां वारां नूं गुरु ग्रंथ साहिब की कुंजी क्यों कहा जाता है। यानी भाई गुरदास जी दीयां वारां ने उसनूं गुरु ग्रंथ साहिब की कुंजी कहा जाता है, तो कारण की है, क्योंकि इन्हां विच बाणी के मूल सिद्धांतां की सरल व्याख्या है। क्योंकि भाई गुरदास जी ही गुरु ग्रंथ साहिब के लिखारी सन, मुख लिखारी भाई गुरदास जी सन जिहड़े कि गुरु अर्जन देव जी के अनुसार बाणी का संकलन कर रहे सन ते आप नूं बाणी का डूंगा ज्ञान सी। तो ऐसे कारण आपने जिहड़े होर इस दे जिहड़ियां रचनावां लिखियां ने असीं जिस नूं बाणियां दा ही दर्जा दिंदे हां, तो उन्हां नूं गुरु ग्रंथ साहिब की कुंजी कहा जाता है। क्यों? क्योंकि उन्हां दे अंदर बाणी के मूल सिद्धांतां की सरल व्याख्या पेश की गई है। फिर इस तो बाद अपने को जिहड़ा अगला प्रश्न आ जाता साथियों वो 37 नंबर है। तो अज आपां इस दे अंदर इन्ने ही प्रश्न देखने ने, बाकी दे प्रश्न अगली क्लास के अंदर देखांगे।
ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਿਸ ਨੇ ਕਿਹਾ? ਤਾਂ ਸਾਥੀਓ, ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਦੀ ਗੱਲ ਕਰੀਏ ਤਾਂ ਉਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ। ਯਾਨੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਿਹਾ ਸੀ। ਇਹ ਸਨ ਸਾਥੀਓ ਕੁਝ ਗੁਰੂ ਗ੍ਰੰਥ ਸਾਹਿਬ ਦੇ ਤੋਂ ਜੁੜੇ ਹੋਏ ਪ੍ਰਸ਼ਨ, ਸਿੱਖ ਗੁਰੂਆਂ ਤੋਂ ਜੁੜੇ ਹੋਏ ਪ੍ਰਸ਼ਨ, ਗੁਰਮਤਿ ਕਾਵਿ ਤੋਂ ਜੁੜੇ ਹੋਏ ਪ੍ਰਸ਼ਨ। ਮੈਨੂੰ ਆਸ ਹੈ ਕਿ ਆਪ ਨੂੰ ਪ੍ਰੀਖਿਆ ਦੇ ਅੰਦਰ ਇਹ ਮਦਦ ਦੇਣਗੇ। ਇਹ ਬੁੱਕ ਦੇ ਅੰਦਰੋਂ ਹੀ ਲਏ ਗਏ ਨੇ, ਜਿਵੇਂ ਕਿ ਬੁੱਕ ਦੇ ਅੰਦਰ ਹੈ ਉਸੇ ਤਰੀਕੇ ਨਾਲ ਆਪਾਂ ਇਸ ਨੂੰ ਰੀਡ ਕੀਤਾ ਹੈ। ਇਸ ਦਾ ਉਦੇਸ਼ ਹੈ ਕਿ ਵਿਦਿਆਰਥੀਆਂ ਨੂੰ ਇਸ ਦਾ ਉਚਾਰਨ ਹੈ ਜਿਹੜਾ ਉਹ ਸਹਿਜੇ ਹੀ ਪ੍ਰਾਪਤ ਹੋ ਸਕੇ। ਮੈਨੂੰ ਆਸ ਹੈ ਕਿ ਆਪ ਨੂੰ ਆਪ ਦੀ ਪੜ੍ਹਾਈ ਦੇ ਅੰਦਰ ਇਹ ਵਡਮੁੱਲੀ ਜਾਣਕਾਰੀ ਸਿੱਧ ਹੋਏਗੀ ਤੇ ਤੁਸੀਂ ਐਸੇ ਤਰੀਕੇ ਨਾਲ ਚੈਨਲ ਨੂੰ ਫੋਲੋ ਕਰਦੇ ਰਹੋ। ਮਿਲਦੇ ਹਾਂ ਅਗਲੀ ਕਲਾਸ ਦੇ ਅੰਦਰ, ਉਦੋਂ ਤੱਕ ਦੇ ਲਈ ਧੰਨਵਾਦ ਸਾਥੀਓ।